ਸਤਿ ਸ਼੍ਰੀ ਅਕਾਲ ਦੋਸਤੋ, ਨਈ ਉਡਾਨ ਬਾਈ ਸੰਦੀਪ ਸ਼ਰਮਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅੱਜ ਅਸੀਂ ਕਰਾਂਗੇ ਰਾਜਨੀਤਿਕ ਦਲਾਂ ਬਾਰੇ, ਪੋਲੀਟੀਕਲ ਪਾਰਟੀਜ਼ ਬਾਰੇ ਜੋ ਕਿ ਸਾਡੇ ਭਾਰਤ ਵਿੱਚ ਨੇ। ਇਹਨਾਂ ਨੂੰ ਮਾਨਤਾ ਕੌਣ ਦਿੰਦਾ ਹੈ? ਤਾਂ ਇਹਨਾਂ ਦੀ ਮਾਨਤਾ ਜੋ ਦਿੰਦਾ ਹੈ ਚੋਣ ਆਯੋਗ ਦਿੰਦਾ ਹੈ। ਤੇ ਇਹ ਜੋ ਪਾਰਟੀਆਂ ਨੇ ਕਿਵੇਂ ਆਪਣੀ ਮਾਨਤਾ ਪ੍ਰਾਪਤ ਕਰਦੀਆਂ ਨੇ, ਠੀਕ ਹੈ ਨਾ ਜੀ। ਜੇਕਰ ਕਿਸੇ ਪਾਰਟੀ ਨੂੰ ਮਾਨਤਾ ਪ੍ਰਾਪਤ ਨਹੀਂ ਹੁੰਦੀ ਤਾਂ ਉਹ ਭਾਰਤ ਦੇ ਵਿੱਚ ਕਿਸੇ ਵੀ ਚੋਣ ਵਿੱਚ, ਚਾਹੇ ਲੋਕ ਸਭਾ ਦੀ ਹੋਵੇ ਚਾਹੇ ਉਹ ਵਿਧਾਨ ਸਭਾ ਦੀ ਹੋਵੇ, ਹਿੱਸਾ ਨਹੀਂ ਲੈ ਸਕਦੀ, ਠੀਕ ਹੈ ਨਾ ਜੀ। ਮਾਨਤਾ ਦਾ ਮਤਲਬ ਇਹ ਹੈ ਜੀ ਵੀ ਮਾਨਤਾ ਜਿਹੜੇ ਕਿਸੇ ਵੀ ਦਲ ਨੂੰ ਮਿਲਦੀ ਹੈ ਨਾ, ਤਾਂ ਮਾਨਤਾ ਮਿਲਣ ਕਰਕੇ ਉਸ ਦਲ ਦਾ ਜੋ ਚਿੰਨ੍ਹ ਹੁੰਦਾ, ਚੁਣਾਵ ਚਿੰਨ੍ਹ ਹੁੰਦਾ, ਉਸ ਨੂੰ ਰਾਖਵਾਂ ਕਰ ਦਿੱਤਾ ਜਾਂਦਾ ਹੈ, ਚਾਹੇ ਉਹ ਰਾਜ ਪੱਧਰ ਦਾ ਹੋਵੇ ਚਾਹੇ ਉਹ ਨੈਸ਼ਨਲ ਲੈਵਲ ਦਾ ਹੋਵੇ। ਸੋ ਮਾਨਤਾ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੁੰਦਾ ਕਿਸੇ ਵੀ ਰਾਜਨੀਤਿਕ ਦਲ ਦੇ ਲਈ। ਇਲੈਕਸ਼ਨ ਕਮਿਸ਼ਨ ਨੇ ਇਹਨਾਂ ਕੁਝ ਸ਼ਰਤਾਂ ਰੱਖੀਆਂ ਨੇ ਵੀ ਉਹਨਾਂ ਦਲਾਂ ਨੂੰ ਇਹ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਨੇ ਜਿਹੜੇ ਦਲ ਰਾਸ਼ਟਰੀ ਪੱਧਰ ਦਾ ਜਾਂ ਰਾਜ ਪੱਧਰ ਦੇ ਮਾਨਤਾ ਪ੍ਰਾਪਤ ਕਰਨਾ ਚਾਹੁੰਦੇ ਨੇ। ਸੋ ਹੁਣ ਅਸੀਂ ਗੱਲ ਕਰਦੇ ਹਾਂ ਰਾਸ਼ਟਰੀ ਪਾਰਟੀ ਦੀ ਮਾਨਤਾ ਕਿਵੇਂ ਪ੍ਰਾਪਤ ਕਰਦਾ ਹੈ ਕੋਈ ਦਲ ਰਾਸ਼ਟਰੀ ਪੱਧਰ ਦੀ ਮਾਨਤਾ ਕਿਵੇਂ ਪ੍ਰਾਪਤ ਕਰਦਾ ਹੈ। ਸਭ ਤੋਂ ਪਹਿਲੀ ਸ਼ਰਤ ਹੈ ਜੀ ਵੀ ਉਹ ਦਲ ਨੂੰ 4 ਜਾਂ ਵੱਧ ਰਾਜਾਂ ਵਿੱਚ, ਦੇਖੋ 4 ਜਾਂ ਉਸ ਤੋਂ ਵੱਧ ਰਾਜਾਂ ਵਿੱਚ, ਜਾਂ ਲੋਕ ਸਭਾ ਵਿੱਚ ਹੋਵੇ ਜਾਂ ਵਿਧਾਨ ਸਭਾ ਵਿੱਚ ਹੋਵੇ, 4 ਜਾਂ ਵੱਧ ਰਾਜਾਂ ਵਿੱਚ ਲੋਕ ਸਭਾ ਹੋਵੇ ਜਾਂ ਵਿਧਾਨ ਸਭਾ ਹੋਵੇ ਵਿੱਚ 6% ਤੋਂ ਜ਼ਿਆਦਾ ਵੋਟਾਂ ਪ੍ਰਾਪਤ ਹੋਣ, ਠੀਕ ਹੈ ਨਾ ਜੀ। 6% ਤੋਂ ਜਿਨ੍ਹਾਂ ਦੀਆਂ ਵੋਟਾਂ ਜ਼ਿਆਦਾ ਪ੍ਰਾਪਤ ਹੁੰਦੀਆਂ ਨੇ ਉਹ ਦਲ ਰਾਸ਼ਟਰੀ ਪਾਰਟੀ ਦੀ ਮਾਨਤਾ ਲੈ ਸਕਦਾ ਹੈ। ਦੂਸਰੀ ਸ਼ਰਤ ਕੀ ਹੈ ਜੀ? 4 ਸੀਟਾਂ ਲੋਕ ਸਭਾ ਵਿੱਚ ਪ੍ਰਾਪਤ ਹੋਣ। ਦੂਸਰੀ ਸ਼ਰਤ ਇਲੈਕਸ਼ਨ ਕਮਿਸ਼ਨ ਇਹ ਲਗਾਉਂਦਾ ਹੈ ਜੇਕਰ ਕੋਈ ਪਾਰਟੀ 4 ਸੀਟਾਂ ਆਪਣੀਆਂ ਲੋਕ ਸਭਾ ਵਿੱਚ ਪ੍ਰਾਪਤ ਕਰਦੀ ਹੈ ਆਮ ਚੋਣਾਂ ਵਿੱਚ, ਤਾਂ ਉਹ ਦਲ ਨੂੰ ਜੋ ਚੋਣ ਆਯੋਗ ਹੈ ਰਾਸ਼ਟਰੀ ਪੱਧਰ ਦੀ ਪਾਰਟੀ ਦੀ ਮਾਨਤਾ ਦੇ ਦਿੰਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਜੀ ਲੋਕ ਸਭਾ ਵਿੱਚ ਜੋ ਤੀਜੀ ਸ਼ਰਤ ਹੈ, ਲੋਕ ਸਭਾ ਵਿੱਚ ਜਾਂ 2% ਹੋਵੇ ਭਾਵੇਂ 3 ਰਾਜਾਂ ਵਿੱਚ। ਦੇਖੋ ਟੋਟਲ 3 ਰਾਜਾਂ ਦੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ, ਉਹਦੇ ਵਿੱਚ ਜੇ 2% ਯਾਨੀ ਕਿ 11 ਸੀਟਾਂ, ਜੇਕਰ ਕੋਈ ਦਲ 3 ਰਾਜਾਂ ਵਿੱਚੋਂ 11 ਸੀਟਾਂ ਪ੍ਰਾਪਤ ਕਰ ਲੈਂਦਾ ਹੈ ਤਾਂ ਅਸੀਂ ਉਹ ਮਾਨਤਾ ਪ੍ਰਾਪਤ ਪਾਰਟੀ ਮੰਨਣ ਦੇ ਯੋਗ ਹੁੰਦਾ ਹੈ, ਠੀਕ ਹੈ ਨਾ ਜੀ। ਸੋ ਅਗਲਾ ਹੈ ਜੀ ਇਹ ਸ਼ਰਤਾਂ ਨੇ, ਇਹਨਾਂ 'ਚੋਂ ਕੋਈ ਵੀ ਸ਼ਰਤ ਜੋ ਕੋਈ ਦਲ ਪੂਰੀ ਕਰਦਾ ਹੈ ਤਾਂ ਉਸ ਨੂੰ ਰਾਸ਼ਟਰੀ ਪੱਧਰ ਦੀ ਮਾਨਤਾ ਦੇ ਦਿੱਤੀ ਜਾਂਦੀ ਹੈ। ਫਿਰ ਹੈ ਜੀ ਫਿਰ ਹੈ ਜੀ 4 ਰਾਜਾਂ ਵਿੱਚੋਂ ਰਾਜ ਪਾਰਟੀ ਦੇ ਤੌਰ 'ਤੇ ਮਾਨਤਾ ਪ੍ਰਾਪਤ ਹੋਵੇ। ਹਾਂਜੀ, ਜੇਕਰ ਕਿਸੇ ਰਾਜਨੀਤਿਕ ਦਲ ਦੀ 4 ਰਾਜਾਂ ਵਿੱਚ ਇੱਕ ਰਾਜ ਪਾਰਟੀ ਦੇ ਤੌਰ 'ਤੇ ਮਾਨਤਾ ਪ੍ਰਾਪਤ ਹੈ, ਜੇਕਰ ਕਿਸੇ ਦਲ ਨੂੰ 4 ਰਾਜਾਂ ਵਿੱਚ ਇੱਕ ਰਾਜ ਪਾਰਟੀ ਹੋਣ ਦੀ ਮਾਨਤਾ ਪ੍ਰਾਪਤ ਹੈ ਤਾਂ ਉਹ ਦਲ ਨੂੰ ਵੀ ਜੋ ਚੋਣ ਆਯੋਗ ਹੈ ਰਾਸ਼ਟਰੀ ਪੱਧਰ ਦੀ ਮਾਨਤਾ, ਰਾਸ਼ਟਰੀ ਪਾਰਟੀ ਦੀ ਮਾਨਤਾ ਦੇ ਸਕਦਾ ਹੈ, ਠੀਕ ਹੈ ਨਾ ਜੀ। ਰਾਸ਼ਟਰੀ ਪਾਰਟੀ ਦੀ ਮਾਨਤਾ ਦੇ ਸਕਦਾ ਹੈ, ਠੀਕ ਹੈ ਨਾ ਜੀ। ਇਹ ਤਾਂ ਸੀਗਾ ਜੀ ਸਾਡੇ ਜੋ ਰਾਸ਼ਟਰੀ ਪਾਰਟੀਆਂ ਨੇ ਉਹਨਾਂ ਦੀ ਮਾਨਤਾ ਕਿਵੇਂ ਪ੍ਰਾਪਤ ਉਹ ਕਰਦੀਆਂ ਨੇ, ਠੀਕ ਹੈ ਨਾ ਜੀ, ਕਿਵੇਂ ਇਹ ਪ੍ਰਾਪਤ ਕਰਦੀਆਂ ਨੇ। ਫਿਰ ਅਸੀਂ ਗੱਲ ਕਰਦੇ ਹਾਂ ਫਿਰ ਰਾਜ ਪਾਰਟੀ ਲਈ, ਜੋ ਖੇਤਰੀ ਪਾਰਟੀ ਹੈ ਜਾਂ ਰਾਜ ਪਾਰਟੀਆਂ, ਉਹਨਾਂ ਦੀ ਜੋ ਮਾਨਤਾ ਹੈ ਉਹ ਕਿਵੇਂ ਮਿਲਦੀ ਹੈ ਉਹਨਾਂ ਨੂੰ, ਉਹਨਾਂ ਲਈ ਕਿਹੜੀਆਂ ਸ਼ਰਤਾਂ ਨੇ। ਸੋ ਉਹਨਾਂ ਦੀ ਸ਼ਰਤਾਂ ਦੀ ਵੀ ਆਪਾਂ ਗੱਲ ਕਰ ਲੈਂਦੇ ਹਾਂ। ਜਿਵੇਂ ਰਾਜ ਪਾਰਟੀ ਬਣਨ ਲਈ ਸ਼ਰਤਾਂ ਨੇ, ਦੇਖੋ 6% ਵਿਧਾਨ ਸਭਾ ਵਿੱਚ ਵੋਟਾਂ ਪ੍ਰਾਪਤ ਹੋਣ। ਵੈਧ ਵੋਟਾਂ ਉਹ ਹੁੰਦੀਆਂ ਨੇ ਜੋ ਵੋਟਾਂ ਪਾਈਆਂ ਗਈਆਂ ਹੁੰਦੀਆਂ ਨੇ, ਠੀਕ ਹੈ ਨਾ। ਵੈਲਿਡ ਸ਼ਬਦ ਤੁਸੀਂ ਪੜ੍ਹਦੇ ਹੋਵੋਗੇ ਜਾਂ ਵੈਧ ਪੜ੍ਹਦੇ ਹੋਵੋਗੇ ਤਾਂ ਉਹਦਾ ਮਤਲਬ ਇਹ ਹੁੰਦਾ ਵੀ ਜਿਹੜੀਆਂ ਵੋਟਾਂ ਪਾਈਆਂ ਗਈਆਂ ਹੋਣ, ਠੀਕ ਹੈ ਜੀ। 6% ਵਿਧਾਨ ਸਭਾ ਵਿੱਚ ਵੋਟਾਂ ਚਾਹੀਦੀਆਂ ਉਹਨਾਂ ਨੂੰ, ਜਾਂ 2 ਸੀਟਾਂ ਚਾਹੀਦੀਆਂ ਨੇ। ਜੋ 2 ਸੀਟਾਂ ਕਿੱਥੇ ਚਾਹੀਦੀਆਂ ਨੇ? ਵਿਧਾਨ ਸਭਾ ਵਿੱਚ ਟੋਟਲ, ਜਾਂ 6% ਵਿਧਾਨ ਸਭਾ ਵਿੱਚ ਉਹਨਾਂ ਦੀ ਵੋਟ ਭੁਗਤੀ ਹੋਵੇ ਉਹਨਾਂ ਦੇ ਕੋਲ, ਠੀਕ ਹੈ ਜੀ। ਜਾਂ ਲੋਕ ਸਭਾ ਵਿੱਚ 1 ਸੀਟ ਹੋਵੇ। ਜੇਕਰ ਕਿਸੇ ਰਾਜ ਦਲ ਨੇ ਆਪਣੀ ਮਾਨਤਾ ਪ੍ਰਾਪਤ ਕਰਨੀ ਹੈ ਤਾਂ ਉਹ ਕੀ ਕਰ ਸਕਦਾ ਹੈ? ਜੇ ਉਹ ਲੋਕ ਸਭਾ ਵਿੱਚ 1 ਸੀਟ ਪ੍ਰਾਪਤ ਕਰਦਾ ਹੈ ਤਾਂ ਉਹ ਇੱਕ ਰਾਜ ਪਾਰਟੀ ਦੀ ਮਾਨਤਾ ਪ੍ਰਾਪਤ ਕਰ ਸਕਦਾ ਹੈ। ਤੀਸਰੀ ਸ਼ਰਤ ਕੀ ਰੱਖੀ ਹੈ ਚੋਣ ਆਯੋਗ ਨੇ? ਇਹ ਰੱਖੀ ਹੈ ਜੀ 3% ਵੋਟਾਂ, ਟੋਟਲ 3% ਵੋਟਾਂ ਜੇਕਰ ਕਿਸੇ ਵੀ ਪਾਰਟੀ ਨੂੰ ਪੈਂਦੀਆਂ ਨੇ ਵਿਧਾਨ ਸਭਾ ਵਿੱਚ ਤਾਂ ਉਹ ਪਾਰਟੀ ਵੀ ਰਾਜ ਪੱਧਰ ਦੀ ਪਾਰਟੀ ਕਹਾਉਂਦੀ ਹੈ, ਠੀਕ ਹੈ ਨਾ ਜੀ। ਸੋ ਇਹ ਪਾਰਟੀਆਂ ਦੀ ਮਾਨਤਾ ਬਾਰੇ ਗੱਲ ਸੀ। ਦੇਖੋ ਚੋਣ ਆਯੋਗ ਉਸੇ ਨੂੰ ਮਾਨਤਾ ਦਿੰਦਾ ਹੈ ਜੋ ਇਹ ਸ਼ਰਤਾਂ ਪੂਰੀਆਂ ਕਰਦਾ ਹੈ, ਠੀਕ ਹੈ ਨਾ ਜੀ। ਅਤੇ ਹਰ ਇੱਕ ਰਾਜਨੀਤਿਕ ਦਲ ਨੂੰ ਰਜਿਸਟਰ ਕਰਾਉਣਾ ਬਹੁਤ ਜ਼ਰੂਰੀ ਹੁੰਦਾ ਹੈ, ਠੀਕ ਹੈ। ਰਜਿਸਟਰ ਇਸੇ ਕਰਕੇ ਕਰਾਉਣਾ ਪੈਂਦਾ ਹੈ ਕਿਉਂਕਿ ਉਸ ਵਿੱਚ ਚੋਣ ਆਯੋਗ ਇਹ ਦੇਖਦਾ ਹੈ ਵੀ ਕੋਈ ਪਾਰਟੀ ਸਾਡੇ ਭਾਰਤ ਦੀ ਅਖੰਡਤਾ, ਪ੍ਰਭੂਸੱਤਾ, ਲੋਕਤੰਤਰ ਲਈ ਹਾਨੀਕਾਰਕ ਤਾਂ ਨਹੀਂ, ਠੀਕ ਹੈ ਨਾ। ਸੋ ਇਸ ਲਈ ਹਰ ਇੱਕ ਪਾਰਟੀ ਨੂੰ ਰਜਿਸਟਰ ਕੀਤਾ ਜਾਂਦਾ ਹੈ ਕਿਸ ਦੁਆਰਾ? ਚੋਣ ਆਯੋਗ ਦੁਆਰਾ। ਹੁਣ ਅਸੀਂ ਗੱਲ ਕਰਦੇ ਹਾਂ ਜਿਹੜੀਆਂ ਕਿ ਸਾਡੀਆਂ ਮੇਨ 8 ਪਾਰਟੀਆਂ ਨੇ ਰਾਸ਼ਟਰੀ ਪੱਧਰ ਦੀਆਂ, ਉਹਨਾਂ ਦਾ ਕੀ ਹੈ ਜੀ, ਉਹਨਾਂ ਦੀ ਬਣੀਆਂ ਕਦੋਂ, ਕਿਸ ਨੇ ਬਣਾਈਆਂ, ਠੀਕ ਹੈ। ਉਹਨਾਂ ਦਾ ਚੋਣ ਨਿਸ਼ਾਨ ਅਕਸਰ ਪੇਪਰ ਵਿੱਚ ਇਹ ਪੁੱਛ ਲਿਆ ਜਾਊਗਾ
ਵੀ ਇਹ ਕਿਸ ਨੇ ਬਣਾਈਆਂ ਤੇ ਇਹਨਾਂ ਦਾ ਚੋਣ ਨਿਸ਼ਾਨ ਕੀ ਹੈ। ਠੀਕ ਹੈ ਜੀ। ਫਿਰ ਹੁਣ ਗੱਲ ਕਰਦੇ ਹਾਂ CPI ਦੀ, ਕਮਿਊਨਿਸਟ ਪਾਰਟੀ ਆਫ ਇੰਡੀਆ। CPI ਕਮਿਊਨਿਸਟ ਪਾਰਟੀ ਆਫ ਇੰਡੀਆ, ਇਹ ਜਦੋਂ ਬਣੀ ਸੀ ਜੀ, ਦੇਖੋ ਇਹਦਾ ਸਨ ਦੇਖੋ 1925, ਮਤਲਬ ਕੀ ਹੈ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦੀ ਇਹ ਪਾਰਟੀ ਹੈ ਕਮਿਊਨਿਸਟ ਪਾਰਟੀ ਆਫ ਇੰਡੀਆ 1925। ਬਣਾਈ ਕਿਨੇ ਜੀ, MN ਰॉय ਨੇ। MN ਰॉय ਨੇ ਬਣਾਈ ਕਿੱਥੇ, ਕਿਹੜੀ ਜਗ੍ਹਾ ਬਣੀ ਜੀ, ਕਾਨਪੁਰ। ਕਾਨਪੁਰ, ਠੀਕ ਹੈ ਨਾ ਜੀ। ਇਹ ਮੋਸਟ ਜੋ ਐਗਜ਼ਾਮ ਰੈਲੀਵੈਂਟ ਪੁਆਇੰਟ ਨਾ ਉਹੀ ਤੁਹਾਨੂੰ ਕਰਾ ਰਿਹਾ, ਅਕਸਰ ਪੇਪਰ ਵਿੱਚ ਇਹ ਪੁੱਛ ਹੀ ਰਹੇ ਜਾਣਗੇ। ਇਹ ਬਣੀ ਹੈ ਜੀ ਕਾਨਪੁਰ, ਤੇ ਇਹਦਾ ਚੋਣ ਨਿਸ਼ਾਨ ਕੀ ਹੈ ਜੀ, ਕਣਕ ਦੀ ਬੱਲੀ ਤੇ ਦਾਤੀ। ਕਣਕ ਦੀ ਬੱਲੀ ਤੇ ਦਾਤੀ ਇਸਦਾ ਚੋਣ ਨਿਸ਼ਾਨ ਹੈ। CPI ਕਮਿਊਨਿਸਟ ਪਾਰਟੀ ਆਫ ਇੰਡੀਆ, ਤੇ ਇਸਦਾ ਸੰਸਥਾਪਕ ਹੈ MN ਰॉय। ਦੂਸਰੀ ਪਾਰਟੀ ਹੈ ਜੀ CPIM, ਠੀਕ ਹੈ, ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਵਾਦੀ। ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਵਾਦੀ, ਠੀਕ ਹੈ ਜੀ। ਇਸ ਦੀ ਸਥਾਪਨਾ ਹੋਈ ਸੀ 1964 ਦੇ ਵਿੱਚ। ਇਸ ਦੀ ਸਥਾਪਨਾ ਕਦੋਂ ਹੋਈ ਸੀ ਜੀ, 1964 ਦੇ ਵਿੱਚ। ਤੇ ਇਸ ਦੀ ਸਥਾਪਨਾ ਸੰਸਥਾਪਕ ਪੁੱਛ ਲਏ ਜਾਂਦੇ ਆ ਵੀ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਮਾਰਕਸਵਾਦੀ ਦੇ ਸੰਸਥਾਪਕ ਕੌਣ ਸੀ, ਤਾਂ ਉਹ ਸੀਗੇ ਜੀ ਸਾਡੇ ਜੋਤੀ ਬਸੂ। ਜੋਤੀ ਬਸੂ, ਜੋਤੀ ਬਸੂ ਇਸ ਦੇ ਸੰਸਥਾਪਕ ਸੀ। ਤੇ ਇਹਨਾਂ ਦਾ ਚੋਣ ਨਿਸ਼ਾਨ ਕੀ ਹੁੰਦਾ ਹੈ ਜੀ, ਕਿਉਂਕਿ ਇਹਨਾਂ ਨੂੰ ਜਿਨ੍ਹਾਂ ਦਲਾਂ ਨੂੰ ਮਾਨਤਾ ਪ੍ਰਾਪਤ ਹੁੰਦੀ ਹੈ ਨਾ, ਚੋਣ ਆਯੋਗ ਉਹਨਾਂ ਦੇ ਜੋ ਨਿਸ਼ਾਨ ਹੁੰਦਾ, ਚੋਣ ਨਿਸ਼ਾਨ ਹੁੰਦਾ, ਉਹਨਾਂ ਲਈ ਉਹ ਰਾਖਵਾਂ ਕਰ ਦਿੰਦਾ ਹੈ। ਇਸੇ ਕਰਕੇ ਜੋ ਪੋਲੀਟੀਕਲ ਪਾਰਟੀਜ਼ ਨੇ ਮਾਨਤਾ ਪ੍ਰਾਪਤ ਕਰਦੀਆਂ ਨੇ। ਠੀਕ ਹੈ ਜੀ। ਜੋਤੀ ਬਸੂ ਸੀ, ਇਹਨਾਂ ਚੋਣ ਨਿਸ਼ਾਨ ਹੈ ਦਾਤੀ, ਹਥੌੜਾ ਤੇ ਤਾਰਾ। ਦਾਤੀ, ਹਥੌੜਾ ਤੇ ਤਾਰਾ। ਇਹਨਾਂ ਦੋਨਾਂ ਪਾਰਟੀਆਂ ਬਾਰੇ ਆਪਾਂ ਥੋੜ੍ਹਾ ਜਿਹਾ ਜਾਣ ਲੈਂਦੇ ਹਾਂ। ਜੋ CPI ਦੀ ਪਾਰਟੀ ਹੈ ਨਾ, ਪਹਿਲਾਂ MN ਰॉय ਕਾਂਗਰਸ ਦੇ ਵਿੱਚ, ਕਾਂਗਰਸ ਪਾਰਟੀ ਵਿੱਚ ਹੀ ਸਨ, ਪਰ ਜਦੋਂ ਇਹ ਲੈਲਿਨ ਤੇ ਮਾਰਕਸਵਾਦ ਦੇ ਵਿਚਾਰਧਾਰਾ ਦੇ ਹੇਠ ਆਏ ਤਾਂ ਇਹਨਾਂ ਨੇ ਇਹ ਸੋਚਿਆ ਵੀ ਸਾਨੂੰ ਹੁਣ ਸੰਘਰਸ਼ ਕਰਨਾ ਪੈਣਾ, ਕ੍ਰਾਂਤੀਕਾਰੀ ਸਾਧਨ ਵਰਤਣੇ ਪੈਣੇ ਹੈ। ਸੋ ਤਾਂ ਇਹ ਪਾਰਟੀ MN ਰॉय ਨੇ ਬਣਾਈ ਸੀ 1925 ਦੇ ਵਿੱਚ। ਠੀਕ ਹੈ ਨਾ ਜੀ। ਫਿਰ ਹੈ ਜੀ ਇਸ ਉੱਤੇ ਜੋ ਦੂਸਰੀ ਪਾਰਟੀ ਨੇ CPIM, ਇਹ ਵੀ ਇਸ ਤਰ੍ਹਾਂ ਦੀ ਪਾਰਟੀ ਹੈ। ਇਹ ਵੀ ਲੈਲਿਨ ਤੇ ਮਾਰਕਸਵਾਦੀ ਵਿਚਾਰਧਾਰਾ ਨਾਲ ਜਿਹੜੇ ਲੋਕ ਜੁੜੇ ਹੁੰਦੇ ਨੇ, ਇਹ ਉਹਨਾਂ ਦੀ ਪਾਰਟੀ ਹੈ। ਇਹ ਕਿਰਤੀਆਂ ਦੀ ਗੱਲ ਕਰਦੀ ਹੈ, ਦਲਿਤਾਂ ਦੀ ਗੱਲ ਕਰਦੀ ਹੈ। ਇਹ ਪਾਰਟੀ ਵੀ ਇਸੇ ਕਰਕੇ ਬਣੀ ਕਿਉਂਕਿ ਉਸ ਸਮੇਂ ਕਾਂਗਰਸ ਸੀ। ਕਾਂਗਰਸ ਦਾ ਕੀ ਹਿਸਾਬ ਸੀਗਾ ਵੀ ਇੱਕ ਸੇਫਟੀ ਵਾਲਵ ਦੇ ਤੌਰ ਤੇ ਕੰਮ ਕਰਦੀ ਸੀ। ਠੀਕ ਹੈ ਨਾ। ਪਰ ਇਹ ਜੋ ਦੋਨੇ ਪਾਰਟੀਆਂ ਬਣੀਆਂ, ਇਹ ਦੋਨੇ ਪਾਰਟੀ ਦੇ ਮੈਂਬਰ ਸਾਰੇ ਹੀ ਕਿਸੇ ਟਾਈਮ ਕਾਂਗਰਸ ਦੇ ਵਿਚਾਰਾਂ ਨਾਲ ਸਹਿਮਤ ਹੁੰਦੇ ਸਨ, ਤੇ ਇਸੇ ਕਰਕੇ ਇਹ ਦੋ ਪਾਰਟੀਆਂ ਬਣਾਈਆਂ ਗਈਆਂ। ਜੋਤੀ ਬਸੂ ਦੁਆਰਾ CPIM ਬਣਾਈ ਗਈ ਤੇ MN ਰॉय ਦੁਆਰਾ CPI ਬਣਾਈ ਗਈ। ਠੀਕ ਹੈ ਜੀ। ਹੁਣ ਅਸੀਂ ਗੱਲ ਕਰਦੇ ਹਾਂ ਇੰਡੀਅਨ ਨੈਸ਼ਨਲ ਕਾਂਗਰਸ। ਦੇਖੋ ਇੰਡੀਅਨ ਨੈਸ਼ਨਲ ਕਾਂਗਰਸ, ਭਾਰਤੀ ਰਾਸ਼ਟਰੀ ਕਾਂਗਰਸ, ਇਹਦੀ ਸਥਾਪਨਾ ਹੋਈ ਜੀ 1885। ਸਨ ਯਾਦ ਰੱਖਿਓ 1885। ਕਿੱਥੇ ਹੋਈ ਜੀ, ਮੁੰਬਈ ਦੇ ਵਿੱਚ। ਕਿੱਥੇ ਹੋਈ, ਮੁੰਬਈ ਦੇ ਵਿੱਚ। ਕਿਹਨੇ ਬਣਾਈ ਜੀ, A.O. ਹਿਊਮ ਨੇ। A.O. ਹਿਊਮ ਨੇ। A.O. ਹਿਊਮ ਨੇ ਬਣਾਈ ਜੀ ਇੰਡੀਅਨ ਨੈਸ਼ਨਲ ਕਾਂਗਰਸ 1885। ਸਭ ਤੋਂ ਪੁਰਾਣੀ ਪਾਰਟੀ, ਜੇਕਰ ਤੁਹਾਨੂੰ ਪੁੱਛ ਲਿਆ ਜਾਵੇ ਪੇਪਰ ਦੇ ਵਿੱਚ ਵੀ ਸਾਡੇ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਕਿਹੜੀ ਹੈ, ਤਾਂ ਉਹ ਹੈ ਜੀ ਇੰਡੀਅਨ ਨੈਸ਼ਨਲ ਕਾਂਗਰਸ 1885, ਜਿਹਦੀ ਸਥਾਪਨਾ ਕੀਤੀ ਸੀ A.O. ਹਿਊਮ ਨੇ। ਤੇ ਇਹਨਾਂ ਦਾ ਚੋਣ ਨਿਸ਼ਾਨ ਹੈ ਜੀ ਹੱਥ। ਇਹਨਾਂ ਦਾ ਚੋਣ ਨਿਸ਼ਾਨ ਕੀ ਹੈ ਜੀ, ਹੱਥ। ਕਈ ਵਾਰ ਇਹ ਪੁੱਛ ਸਕਦੇ ਆ ਵੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਜੋ ਅੱਜ ਕੱਲ੍ਹ ਦੇ ਜਾਂ ਵਰਤਮਾਨ ਦੇ ਪ੍ਰਧਾਨ ਕੌਣ ਨੇ, ਤਾਂ ਉਹਨਾਂ ਦਾ ਨਾਮ ਹੈ ਜੀ ਸ਼੍ਰੀ ਰਾਹੁਲ ਗਾਂਧੀ। ਸ਼੍ਰੀ ਰਾਹੁਲ ਗਾਂਧੀ। ਇਸੇ ਤਰ੍ਹਾਂ ਜੀ BJP ਪਾਰਟੀ, ਠੀਕ ਹੈ, ਭਾਰਤੀ ਜਨਤਾ ਪਾਰਟੀ। ਭਾਰਤੀ ਜਨਤਾ ਪਾਰਟੀ, ਠੀਕ ਹੈ ਜੀ। ਇਹਦੀ ਸਥਾਪਨਾ 1980 ਦੇ ਵਿੱਚ ਹੋਈ। ਇਸ ਦੀ ਸਥਾਪਨਾ 1980 ਦੇ ਵਿੱਚ ਹੋਈ। ਕਿਸ ਨੇ ਕੀਤੀ ਜੀ, ਸ਼ਾਮਾ ਪ੍ਰਸਾਦ ਮੁਖਰਜੀ ਨੇ। ਸ਼੍ਰੀ ਸ਼ਾਮਾ ਪ੍ਰਸਾਦ ਮੁਖਰਜੀ ਨੇ। ਸ਼ਾਮਾ ਪ੍ਰਸਾਦ ਮੁਖਰਜੀ ਨੇ। ਸ਼ਾਮਾ ਪ੍ਰਸਾਦ ਮੁਖਰਜੀ ਹਿੰਦੂ ਮਹਾਸਭਾ ਦੇ ਬਹੁਤ ਹੀ ਉੱਘੇ ਲੀਡਰ ਸਨ। ਠੀਕ ਹੈ ਜੀ। ਸ਼ਾਮਾ ਪ੍ਰਸਾਦ ਜੀ ਇਸ ਪਾਰਟੀ ਤੋਂ ਬਣਾਉਣ ਤੋਂ ਪਹਿਲਾਂ ਹਿੰਦੂ ਮਹਾਸਭਾ ਦੇ ਬਹੁਤ ਹੀ ਉੱਘੇ ਲੀਡਰ ਸਨ, ਤੇ ਉਹਨਾਂ ਨੇ ਹੀ ਇਹ ਪਾਰਟੀ ਦਾ ਨਿਰਮਾਣ ਕੀਤਾ ਸੀ। ਠੀਕ ਹੈ, 1980 ਦੇ ਵਿੱਚ। ਹੁਣ ਹੈ ਜੀ ਅਗਲੀ ਪਾਰਟੀ। ਇਹ ਸਾਰੀਆਂ ਜੋ ਪਾਰਟੀਆਂ ਨੇ ਨਾ, ਇਹ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਨੇ। ਨੈਸ਼ਨਲ ਲੈਵਲ ਦੀਆਂ ਇਹ 8 ਪਾਰਟੀਆਂ ਦੀ ਆਪਾਂ ਗੱਲ ਕਰ ਰਹੇ ਹਾਂ। ਫਿਰ ਹੈ ਜੀ BSP, ਬਹੁਜਨ ਸਮਾਜ ਪਾਰਟੀ। ਬਹੁਜਨ ਸਮਾਜ ਪਾਰਟੀ, ਠੀਕ ਹੈ ਨਾ। ਬਹੁਜਨ ਸਮਾਜ ਪਾਰਟੀ ਕੀ ਹੈ ਜੀ, ਇਹ ਬਣਾਈ ਸੀ ਕਾਸ਼ੀ ਰਾਮ ਜੀ ਨੇ। ਬਾਬੂ ਕਾਸ਼ੀ ਰਾਮ ਨੇ ਬਣਾਈ ਸੀ ਜੀ 1984 ਦੇ ਵਿੱਚ। ਬਾਬੂ ਕਾਸ਼ੀ ਰਾਮ ਨੇ ਬਣਾਈ 1984 ਵਿੱਚ ਬਣਾਈ। ਇਹਨਾਂ ਦਾ ਚੋਣ ਨਿਸ਼ਾਨ ਹੈ ਜੀ ਐਲੀਫੈਂਟ, ਹਾਥੀ। ਇਹਨਾਂ ਦਾ ਚੋਣ ਨਿਸ਼ਾਨ ਕੀ ਹੈ ਜੀ, ਹਾਥੀ। ਅਸਲ ਵਿੱਚ ਜੇ ਮੈਂ ਇਹ ਕਹਿ ਲਵਾਂ ਵੀ ਜੋ ਸਾਡੇ ਦਲਿਤਾਂ ਦੀ ਪਾਰਟੀ ਹੈ ਉਹ ਕਿਹੜੀ ਪਾਰਟੀ ਸੰਬੰਧਿਤ ਹੈ, ਉਹ ਹੈ ਜੀ ਬਹੁਜਨ ਸਮਾਜ ਪਾਰਟੀ। ਬਹੁਜਨ ਸਮਾਜ ਪਾਰਟੀ, ਠੀਕ ਹੈ ਨਾ ਜੀ, ਜਾਣੀ ਕਿ ਬਸਪਾ। ਇਹ 1984 ਵਿੱਚ ਬਣੀ। ਕਾਸ਼ੀ ਰਾਮ ਨੇ ਇਸ ਨੂੰ ਬਣਾਇਆ। ਜੋ ਅੱਜ ਕੱਲ੍ਹ ਇਸ ਦੇ ਜੋ ਹੈੱਡ ਹੈ, ਪ੍ਰਧਾਨ ਹੈ, ਉਹ ਆਪਣੇ ਮਾਇਆਵਤੀ ਜੀ ਹਨ। ਠੀਕ ਹੈ ਜੀ, ਮਾਇਆਵਤੀ ਜੀ ਹਨ ਇਸ ਦੇ ਪ੍ਰਧਾਨ। ਤੇ ਦੇਖੋ ਜਿਹੜਾ ਇਹ BSP ਹੈ ਨਾ, ਇਹ ਕਾਸ਼ੀ ਰਾਮ ਨੇ ਬਣਾਇਆ। ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਵੀ ਪੰਜਾਬ ਦੇ ਵਿੱਚ ਇਹ ਪਾਰਟੀ ਬਣੀ, ਜਲੰਧਰ ਦੇ ਵਿੱਚ।
ਜਲੰਧਰ ਦੇ ਵਿੱਚ ਇਸ ਪਾਰਟੀ ਦਾ ਜੋ ਬਣਿਆ ਸੀ ਨਾ 1983 ਵਿੱਚ ਕਾਸ਼ੀ ਰਾਮ ਨੇ ਬਣਾਇਆ ਸੀ। ਕਿਉਂਕਿ ਤੁਸੀਂ ਇਹ ਵੀ ਜਾਣ ਕੇ ਹੈਰਾਨ ਹੋਵੋਗੇ, ਸਭ ਤੋਂ ਵੱਧ ਦਲਿਤ, ਜੇਕਰ ਭਾਰਤ ਵਿੱਚ ਅਸੀਂ ਗੱਲ ਕਰੀਏ ਵੀ ਸਭ ਤੋਂ ਵੱਧ ਦਲਿਤ ਕਿੱਥੇ ਰਹਿੰਦੇ ਨੇ ਤਾਂ ਉਹ ਪੰਜਾਬ ਵਿੱਚ ਰਹਿੰਦੇ ਨੇ। ਸੋ ਇਸੇ ਪਾਰਟੀ ਦਾ ਨਿਰਮਾਣ, ਜੋ ਬਹੁਜਨ ਸਮਾਜ ਪਾਰਟੀ ਹੈ, ਇਸ ਦਾ ਨਿਰਮਾਣ ਪੰਜਾਬ ਵਿੱਚ ਕੀਤਾ ਗਿਆ ਕਾਸ਼ੀ ਰਾਮ ਦੁਆਰਾ 1984 ਦੇ ਵਿੱਚ। ਠੀਕ ਹੈ ਜੀ। ਹੁਣ ਹੈ ਜੀ NPP, ਨੈਸ਼ਨਲ ਪੀਪਲਜ਼ ਪਾਰਟੀ। ਨੈਸ਼ਨਲ ਪੀਪਲਜ਼ ਪਾਰਟੀ ਇਹ ਸਾਰੀਆਂ ਪਾਰਟੀਆਂ ਤੋਂ ਨਵੀਂ ਪਾਰਟੀ ਹੈ ਜੀ, ਜੋ 2013 ਵਿੱਚ ਬਣੀ ਹੈ। ਨੈਸ਼ਨਲ ਪੀਪਲਜ਼ ਪਾਰਟੀ 2013 ਵਿੱਚ ਬਣੀ ਹੈ ਜੀ। ਠੀਕ ਹੈ ਨਹੀਂ। ਇਹ ਉੱਤਰੀ ਪੂਰਬੀ ਭਾਰਤ ਦੀ, ਇਹ ਉੱਤਰੀ ਪੂਰਬੀ ਭਾਰਤ ਦੀ ਇੱਕੋ ਹੀ ਪਾਰਟੀ ਹੈ ਜਿਹੜੀ ਕਿ ਨੈਸ਼ਨਲ ਲੈਵਲ ਦੀ ਪਾਰਟੀ ਬਣੀ ਹੈ। ਠੀਕ ਹੈ ਜੀ। ਸੋ ਇਹ ਬਣਾਈ ਸੀ PA ਸੰਗਮਾ ਨੇ। PA ਸੰਗਮਾ ਨੇ। ਦੇਖੋ ਜੋ 16ਵੀਂ ਵਿਧਾਨ ਸਭਾ 16ਵੀਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨਾ, ਉਸ ਵਿੱਚ ਉਦੋਂ ਇਹ ਪਾਰਟੀ ਨਹੀਂ ਸੀ। ਠੀਕ ਹੈ। ਉਦੋਂ ਇਸ ਨੇ 16ਵੀਂ ਲੋਕ ਸਭਾ ਵਿੱਚ ਭਾਗ ਨਹੀਂ ਲਿਆ, ਕਿਉਂਕਿ ਇਹ ਜੋ ਰਾਸ਼ਟਰੀ ਪਾਰਟੀ ਦੀ ਮਾਨਤਾ ਮਿਲਦੀ ਹੈ ਉਹ ਇਸ ਨੂੰ ਉਸ ਸਮੇਂ ਤੱਕ ਨਹੀਂ ਮਿਲੀ ਸੀ। ਪਰ 17ਵੀਂ ਲੋਕ ਸਭਾ ਵਿੱਚ, ਠੀਕ ਹੈ, ਇਹ ਕੀ ਕਰੂਗੀ, ਚੋਣਾਂ ਲੜੂਗੀ। ਠੀਕ ਹੈ ਜੀ। ਸੋ NPP ਨੈਸ਼ਨਲ ਪੀਪਲ ਪਾਰਟੀ ਬਣਾਈ 2013 ਵਿੱਚ PA ਸੰਗਮਾ ਨੇ। ਤੇ ਜੋ ਇਹਨਾਂ ਚੋਣ ਨਿਸ਼ਾਨ ਹੈ ਮੋਸਟ ਇੰਪੋਰਟੈਂਟ ਹੈ, ਅੱਜ ਤੱਕ ਕਿਸੇ ਵੀ ਕਿਤਾਬ ਵਿੱਚ ਤੁਹਾਨੂੰ ਨਹੀਂ ਮਿਲੂਗਾ NPP ਬਾਰੇ, ਕਿਉਂਕਿ ਇਹ ਪਾਰਟੀ ਨੂੰ ਮਾਨਤਾ ਹੁਣੇ ਥੋੜ੍ਹੇ ਟਾਈਮ ਪਹਿਲਾਂ ਹੀ ਮਿਲੀ ਹੈ। ਸੋ PA ਸੰਗਮਾ ਸੀ। ਤਾਂ ਇਹਨਾਂ ਦੀ ਬੁੱਕ ਹੈ ਨਾ, ਇਹਨਾਂ ਦਾ ਚੋਣ ਨਿਸ਼ਾਨ ਹੈ, ਕਿਤਾਬ ਇਹਨਾਂ ਦਾ ਚੋਣ ਨਿਸ਼ਾਨ ਹੈ। ਠੀਕ ਹੈ ਜੀ। ਤੇ ਅੱਜ ਕੱਲ੍ਹ ਇਸ ਦੇ ਜੋ ਲੜਕਾ ਹੈ PA ਸੰਗਮਾ ਦਾ, ਕੋਨਾਰਡ ਸੰਗਮਾ, ਇਸ ਦਾ ਕੀ ਹੈ, ਪ੍ਰੈਜ਼ੀਡੈਂਟ ਹੈ। ਇਸ ਦਾ ਕੀ ਹੈ ਜੀ, ਪ੍ਰੈਜ਼ੀਡੈਂਟ ਹੈ। ਫਿਰ ਹੈ ਜੀ ਅੱਗੇ ਪਾਰਟੀ ਗੱਲ ਕਰਦੇ ਹਾਂ, ਆਲ ਇੰਡੀਆ ਤ੍ਰਿਣਮੂਲ ਕਾਂਗਰਸ। ਠੀਕ ਹੈ ਜੀ। AITC, ਆਲ ਇੰਡੀਆ ਤ੍ਰਿਣਮੂਲ ਕਾਂਗਰਸ। ਇਸ ਦੀ ਸਥਾਪਨਾ 1998 ਵਿੱਚ ਕੀਤੀ ਗਈ। ਕਦੋਂ ਕੀਤੀ ਗਈ ਜੀ, 1998 ਵਿੱਚ ਕੀਤੀ ਗਈ। ਠੀਕ ਹੈ ਜੀ। ਮਮਤਾ ਬੈਨਰਜੀ ਦੁਆਰਾ। ਕਿਸ ਦੁਆਰਾ ਕੀਤੀ ਗਈ ਜੀ, ਮਮਤਾ ਬੈਨਰਜੀ ਦੁਆਰਾ। ਤੇ ਇਹਦਾ ਚੋਣ ਨਿਸ਼ਾਨ ਕੀ ਹੈ ਜੀ, ਘਾਹ ਅਤੇ ਫੁੱਲ। ਘਾਹ ਅਤੇ ਫੁੱਲ। ਠੀਕ ਹੈ ਜੀ। ਚੋਣ ਨਿਸ਼ਾਨ ਯਾਦ ਰੱਖਿਓ, ਪੁੱਛ ਲੈਂਦੇ ਆ ਪੇਪਰ ਦੇ ਵਿੱਚ ਵੀ ਜੋ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਹੈ ਉਹਦਾ ਚੋਣ ਨਿਸ਼ਾਨ ਕੀ ਹੈ, ਘਾਹ ਅਤੇ ਫੁੱਲ। ਠੀਕ ਹੈ ਜੀ। ਕਦੋਂ ਬਣੀ, 1998 ਵਿੱਚ। ਫਿਰ ਹੈ ਜੀ NCP, ਰਾਸ਼ਟਰਵਾਦੀ ਕਾਂਗਰਸ ਪਾਰਟੀ। NCP ਦਾ ਮਤਲਬ ਕਿ ਨੈਸ਼ਨਲ ਕਾਂਗਰਸ ਪਾਰਟੀ। ਇਹ ਕਦੋਂ ਬਣੀ ਜੀ, ਇਹ ਬਣੀ 1999 ਦੇ ਵਿੱਚ। ਠੀਕ ਹੈ। 1999 ਦੇ ਵਿੱਚ। ਇਹਨਾਂ ਨੂੰ ਬਣਾਉਣ ਵਾਲੇ ਕੌਣ ਸਨ ਜੀ, ਦੇਖੋ, ਸ਼ਰਦ ਪਵਾਰ ਜੀ, PA ਸੰਗਮਾ ਜੀ ਤੇ ਤਾਰਿਕ ਅਨਵਰ ਜੀ। ਸ਼ਰਦ ਪਵਾਰ ਜੀ, PA ਸੰਗਮਾ ਜੀ ਤੇ ਤਾਰਿਕ ਅਨਵਰ ਜੀ। ਤੇ ਇਹਨਾਂ ਚੋਣ ਨਿਸ਼ਾਨ ਕੀ ਹੈ ਜੀ, ਘੜੀ। ਇਹਨਾਂ ਚੋਣ ਨਿਸ਼ਾਨ ਕੀ ਹੈ ਜੀ, NCP ਦਾ ਚੋਣ ਨਿਸ਼ਾਨ ਕੀ ਹੈ ਜੀ, ਘੜੀ। ਠੀਕ ਹੈ ਨਾ ਜੀ। ਸੋ ਇਹ ਸੀ ਟੋਟਲ 8 ਨੈਸ਼ਨਲ ਪਾਰਟੀਆਂ। ਠੀਕ ਹੈ ਜੀ। ਦੂਸਰੀ ਗੱਲ ਇਹ ਹੈ, ਤੁਹਾਨੂੰ ਦੱਸ ਦੇਵਾਂ, ਜਿਹੜੀ NCP ਪਾਰਟੀ ਬਣੀ ਸੀ ਨਾ, ਇਹ ਉਹ ਤਿੰਨੇ ਮੈਂਬਰ ਸੀਗੇ, ਸ਼ਰਦ ਪਵਾਰ, PA ਸੰਗਮਾ, ਤਾਰਿਕ ਅਨਵਰ। ਇਹ ਪਹਿਲਾਂ ਕਾਂਗਰਸ ਪਾਰਟੀ ਦੇ ਹੀ ਮੈਂਬਰ ਸਨ। ਇਵਨ ਕਿ ਇਹ ਜੋ ਸਟੈਂਡਿੰਗ ਕਮੇਟੀ ਹੁੰਦੀ ਹੈ ਕਾਂਗਰਸ ਪਾਰਟੀ ਦੀ, ਉਸ ਦੇ ਮੈਂਬਰ ਸਨ। ਤਾਂ ਇਹਨਾਂ ਨੇ ਇੱਕ ਲੈਟਰ ਪਾਇਆ ਸੀ ਸ਼੍ਰੀਮਤੀ ਸੋਨੀਆ ਗਾਂਧੀ ਨੂੰ। ਉਸ ਵਿੱਚ ਇਹਨਾਂ ਨੇ ਵਿਚਾਰ ਕੀਤਾ ਸੀ ਵੀ ਸਾਡੇ ਦੇਸ਼ 'ਚ, ਭਾਰਤ ਵਿੱਚ ਕੋਈ ਵੀ ਲੇਡੀ, ਚਾਹੇ ਲੇਡੀ ਹੈ ਚਾਹੇ ਪੁਰਸ਼ ਆ, ਉਹ ਸਾਡਾ ਬਾਹਰਲੇ ਮੁਲਕ ਦਾ ਨਾ ਤਾਂ ਰਾਸ਼ਟਰਪਤੀ ਬਣੇਗਾ, ਨਾ ਉਪ ਰਾਸ਼ਟਰਪਤੀ ਬਣੇਗਾ, ਨਾ ਪ੍ਰਧਾਨ ਮੰਤਰੀ ਬਣੇਗਾ। ਸੋ ਇਹਨਾਂ ਤਿੰਨਾਂ ਨੂੰ, ਠੀਕ ਹੈ, ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸੇ ਕਰਕੇ ਇਹਨਾਂ ਨੇ ਨੈਸ਼ਨਲਿਸਟ ਕਾਂਗਰਸ ਪਾਰਟੀ ਬਣਾਈ, ਯਾਨੀ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ ਬਣਾਈ 1999 ਦੇ ਵਿੱਚ। ਠੀਕ ਹੈ ਨਾ ਜੀ। ਇਹਨਾਂ ਚੋਣ ਨਿਸ਼ਾਨ ਕੀ ਸੀ, ਘੜੀ। ਸੋ ਇਹ ਸਨ ਬਹੁਤ ਹੀ ਇੰਪੋਰਟੈਂਟਸ ਟੌਪਿਕ, ਜੋ ਤੁਹਾਡੇ ਆਉਣ ਵਾਲੇ ਐਗਜ਼ਾਮ ਵਿੱਚ ਤੁਹਾਡੀ ਬਹੁਤ ਹੈਲਪ ਕਰੇਗਾ। ਤੁਹਾਡਾ ਬਹੁਤ ਧੰਨਵਾਦ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਪਲੀਜ਼ ਸ਼ੇਅਰ ਕਰ ਦਿਓ। ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਪ੍ਰਾਪਤ ਕਰਨਾ ਚਾਹੁੰਦੇ ਹੋ ਨਾ, ਤਾਂ ਤੁਸੀਂ ਮੇਰੀ ਪਲੇਲਿਸਟ ਜਾ ਕੇ ਦੇਖ ਸਕਦੇ ਹੋ। ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ।